हेलो एवरीवन, वेलकम टू माय यूट्यूब चैनल। मैं प्रियंका महाजन, साइंस मिस्ट्रेस, गवर्नमेंट गर्ल सीनियर सैकेंडरी स्कूल लोहियां खास जलंधर ਤੁਹਾਨੂੰ PAS 2020 ਦੀ ਪ੍ਰੈਪਰੇਸ਼ਨ ਕਰਵਾਉਣ ਜਾ ਰਹੀ ਹਾਂ। ਬੇਟੇ, ਅੱਜ ਮੈਂ ਤੁਹਾਨੂੰ 10ਵੀਂ ਜਮਾਤ ਦੀ ਸਾਇੰਸ ਦਾ ਅਧਿਆਇ ਨੰਬਰ 10 ਲਾਈਟ, ਰਿਫਲੈਕਸ਼ਨ ਐਂਡ ਰੀਫਰੈਕਸ਼ਨ ਪ੍ਰਕਾਸ਼, ਪਰਾਵਰਤਨ ਅਤੇ ਅਪਵਰਤਨ ਸ਼ੁਰੂ ਕਰਵਾਉਣ ਜਾ ਰਹੀ ਹਾਂ। ਬੇਟਾ, ਅੱਜ ਅਸੀਂ ਇਸ ਅਧਿਆਇ ਦੇ ਕੁਝ MCQs ਡਿਸਕਸ ਕਰਾਂਗੇ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਨੂੰ ਧਿਆਨ ਨਾਲ ਸਮਝੋਗੇ ਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰੋਗੇ। ਸੋ ਬੇਟਾ, ਫਰਸਟ ਕੁਐਸਚਨ ਇਜ਼ what happened when light strikes on polished surface? ਜਦੋਂ ਪ੍ਰਕਾਸ਼ ਕਿਸੇ ਪੋਲਿਸ਼ ਕੀਤੀ ਸਤ੍ਹਾ ਤੇ ਪੈਂਦਾ ਹੈ ਤਾਂ ਕੀ ਹੁੰਦਾ ਹੈ? ਬੇਟਾ, ਜਦੋਂ ਪ੍ਰਕਾਸ਼ ਕਿਸੇ ਪੋਲਿਸ਼ ਕੀਤੀ ਹੋਈ ਸਤ੍ਹਾ ਤੇ ਪੈਂਦਾ ਹੈ ਤਾਂ ਉਹ ਪੋਲਿਸ਼ ਕੀਤੀ ਹੋਈ ਸਤ੍ਹਾ ਉਸਦਾ ਮੈਕਸਿਮਮ ਜਿਹੜਾ ਪਾਰਟ ਹੈ ਪ੍ਰਕਾਸ਼ ਦਾ, ਮਤਲਬ ਉਸਦਾ ਮੈਕਸਿਮਮ ਭਾਗ ਪਰਾਵਰਤਿਤ ਕਰ ਦਿੰਦੀ ਹੈ। ਇੱਥੇ ਤੁਹਾਨੂੰ ਮੈਂ ਸਮਝਾਉਣ ਵਾਸਤੇ ਡਾਇਗਰਾਮ ਡਰਾ ਕਰ ਰਹੀ ਹਾਂ। ਅਸੀਂ ਇਹ ਇੱਕ ਪੋਲਿਸ਼ ਕੀਤੀ ਹੋਈ ਸਤ੍ਹਾ ਲੈ ਲਈ ਤੇ ਇਸ ਉੱਤੇ ਇੱਕ ਸਾਡੀ ਪ੍ਰਕਾਸ਼ ਦੀ ਕਿਰਨ ਜਿਹੜੀ ਹੈ ਉਹ ਪਈ। ਬੇਟਾ, ਪ੍ਰਕਾਸ਼ ਦੀ ਕਿਰਨ ਜਿਹੜੀ ਇਸ ਸਤ੍ਹਾ 'ਤੇ ਪੈ ਰਹੀ ਹੈ ਉਹ ਸਾਡੀ ਇੰਸੀਡੈਂਟ ਰੇ ਹੁੰਦੀ ਹੈ ਤੇ ਇਸ ਉੱਤੇ ਅਸੀਂ ਇੱਕ ਇਮੈਜਿਨਰੀ ਲਾਈਨ ਡਰਾ ਕੀਤੀ ਜਿਸ ਨੂੰ ਅਸੀਂ ਨਾਰਮਲ ਕਹਿੰਦੇ ਹਾਂ, ਅਭਿਲੰਬ ਕਹਿੰਦੇ ਹੋ। ਤੇ ਬੇਟਾ, ਇਹ ਜਿਹੜੀ ਇੰਸੀਡੈਂਟ ਰੇ ਜਦੋਂ ਪੋਲਿਸ਼ ਸਰਫੇਸ ਨਾਲ ਟਕਰਾਏਗੀ ਤਾਂ ਇਹ ਉਸੇ ਮਾਧਿਅਮ ਵਿੱਚ ਬਾਊਂਸ ਬੈਕ ਹੋ ਜਾਏਗੀ, ਰਿਫਲੈਕਟ ਹੋ ਜਾਏਗੀ ਤੇ ਇਹ ਜਿਹੜੀ ਨਵੀਂ ਸਾਨੂੰ ਰੇ ਦਿਖਾਈ ਦਿੱਤੀ ਇਸ ਨੂੰ ਅਸੀਂ ਰਿਫਲੈਕਟਿਡ ਰੇ ਬੋਲਦੇ ਹਾਂ। ਇਹ ਪੂਰਾ ਪ੍ਰੋਸੈਸ ਹੁੰਦਾ ਹੈ ਰਿਫਲੈਕਸ਼ਨ ਆਫ ਲਾਈਟ, ਪ੍ਰਕਾਸ਼ ਦਾ ਪਰਾਵਰਤਨ। ਸੋ ਰਾਈਟ ਆਪਸ਼ਨ ਇਜ਼ A ਆਪਸ਼ਨ, ਰਿਫਲੈਕਸ਼ਨ, ਪਰਾਵਰਤਨ। ਨੈਕਸਟ ਕੁਐਸਚਨ, if a very small size opaque object is placed in the path of light, then which effect is observed? Options are absorption, diffraction, reflection, no effect. ਜੇਕਰ ਪ੍ਰਕਾਸ਼ ਦੇ ਰਸਤੇ ਵਿੱਚ ਅਤਿਅੰਤ ਛੋਟੀ ਅਪਾਰਦਰਸ਼ੀ ਵਸਤੂ ਰੱਖ ਦਿੱਤੀ ਜਾਵੇ ਤਾਂ ਕਿਹੜਾ ਪ੍ਰਕਾਸ਼ੀ ਪ੍ਰਭਾਵ ਪੈਂਦਾ ਹੈ? ਆਪਸ਼ਨਸ ਆਰ ਸੋਖਣ, ਵਿਵਰਤਨ, ਪਰਾਵਰਤਨ, ਕੋਈ ਪ੍ਰਭਾਵ ਨਹੀਂ। ਬੇਟਾ, ਜੇਕਰ ਪ੍ਰਕਾਸ਼ ਦੇ ਰਸਤੇ ਵਿੱਚ ਰੱਖੀ ਅਪਾਰਦਰਸ਼ੀ ਵਸਤੂ ਬਹੁਤ ਛੋਟੀ ਹੋਵੇ ਤਾਂ ਪ੍ਰਕਾਸ਼ ਸਰਲ ਰੇਖਾ ਵਿੱਚ ਚੱਲਣ ਦੀ ਬਜਾਏ ਇਸ ਦੇ ਕਿਨਾਰਿਆਂ ਉੱਤੇ ਮੁੜਨ ਦੀ ਪ੍ਰਵਿਰਤੀ ਦਰਸਾਉਂਦਾ ਹੈ। ਇਸ ਪ੍ਰਭਾਵ ਨੂੰ ਪ੍ਰਕਾਸ਼ ਦਾ ਵਿਵਰਤਨ ਆਖਦੇ ਹਨ, ਡਿਫਰੈਕਸ਼ਨ ਆਫ ਲਾਈਟ ਆਖਦੇ ਹਨ। ਸੋ ਰਾਈਟ ਆਪਸ਼ਨ ਇਜ਼ B ਆਪਸ਼ਨ, ਡਿਫਰੈਕਸ਼ਨ, ਵਿਵਰਤਨ। Next question. When light enters in denser medium from rarer medium, it slightly changes its path. This effect is called. Options are reflection, refraction, scattering, diffraction. ਜਦੋਂ ਪ੍ਰਕਾਸ਼ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਦਾਖਲ ਹੁੰਦਾ ਹੋਇਆ ਆਪਣੇ ਰਸਤੇ ਵਿੱਚ ਥੋੜਾ ਬਦਲਾਵ ਕਰ ਲੈਂਦਾ ਹੈ ਤਾਂ ਉਸ ਨੂੰ ਕੀ ਆਖਿਆ ਜਾਂਦਾ ਹੈ? ਆਪਸ਼ਨਸ ਆਰ ਪਰਾਵਰਤਨ, ਅਪਵਰਤਨ, ਵਿਖੰਡਨ, ਵਿਵਰਤਨ। ਬੇਟਾ, ਇਸ ਦਾ ਰਾਈਟ ਆਨਸਰ ਹੈ ਰਿਫਰੈਕਸ਼ਨ, ਅਪਵਰਤਨ। ਬੇਟਾ, ਜਦੋਂ ਪ੍ਰਕਾਸ਼ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਦਾਖਲ ਹੁੰਦਾ ਹੋਇਆ ਆਪਣਾ ਰਸਤਾ ਬਦਲ ਦਿੰਦਾ ਹੈ ਤਾਂ ਇਸ ਨੂੰ ਅਪਵਰਤਨ ਕਹਿੰਦੇ ਆ। ਵੈਨ ਲਾਈਟ ਐਂਟਰਸ ਇਨ ਡੈਂਸਰ ਮੀਡੀਅਮ ਫਰੋਮ ਰੇਅਰਰ ਮੀਡੀਅਮ, ਇਟ ਸਲਾਈਟਲੀ ਚੇਂਜਸ ਇਟਸ ਪਾਥ, ਦੈਨ ਦਿਸ ਇਫੈਕਟ ਇਜ਼ ਕਾਲਡ ਰੀਫਰੈਕਸ਼ਨ। ਸੋ ਰਾਈਟ ਆਪਸ਼ਨ ਇਜ਼ B ਆਪਸ਼ਨ, ਰੀਫਰੈਕਸ਼ਨ, ਅਪਵਰਤਨ। ਨੈਕਸਟ, what is the mirror called whose reflecting surface is curved inside? ਅਜਿਹੇ ਦਰਪਣ ਨੂੰ ਕੀ ਕਿਹਾ ਜਾਂਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਅੰਦਰ ਵੱਲ ਵਕਰ ਹੋਵੇ? ਬੇਟਾ, ਇਹ ਤੁਸੀਂ ਇੱਕ ਦਰਪਣ ਬਣਾਓ। ਹੁਣ ਅੰਦਰ ਵੱਲ ਵਕਰ ਮਤਲਬ ਇਸ ਦਾ ਜਿਹੜਾ ਬੈਕ ਸਾਈਡ ਹੈ, ਆਊਟਰ ਸਰਫੇਸ ਪੋਲਿਸ਼ਡ ਹੋਏਗਾ, ਵਕਰ ਜਿਹੜੀ ਸਤ੍ਹਾ ਹੈ ਉਹ ਅੰਦਰ ਵੱਲ ਹੋਏਗੀ। ਅਜਿਹੇ ਦਰਪਣ ਨੂੰ ਤੁਸੀਂ ਕੀ ਕਹਿੰਦੇ ਹੋ? ਅਜਿਹੇ ਦਰਪਣ ਨੂੰ ਅਸੀਂ ਕਨਕੇਵ ਮਿਰਰ, ਅਵਤਲ ਦਰਪਣ ਕਹਿੰਦੇ ਹਾਂ। ਨੈਕਸਟ, what is the mirror called whose reflecting surface is curved outside? ਅਜਿਹੇ ਦਰਪਣ ਨੂੰ ਕੀ ਕਿਹਾ ਜਾਂਦਾ ਹੈ ਜਿਸ ਦੀ ਪਰਾਵਰਤਕ ਸਤ੍ਹਾ ਬਾਹਰ ਵੱਲ ਵਕਰ ਹੋਵੇ? ਬੇਟਾ, ਅਜਿਹਾ ਦਰਪਣ ਜਿਸ ਦੀ ਪਰਾਵਰਤਕ ਸਤ੍ਹਾ ਬਾਹਰ ਵੱਲ ਵਕਰ ਹੋਵੇ ਉਸ ਨੂੰ ਤੁਸੀਂ ਕਨਵੈਕਸ ਮਿਰਰ, ਉੱਤਲ ਦਰਪਣ ਕਹਿੰਦੇ ਹੋ। ਤੁਸੀਂ ਇੱਥੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦਰਪਣ ਜਿਸ ਦੇ ਅੰਦਰ ਵਾਲੀ ਸਤ੍ਹਾ 'ਤੇ ਪੋਲਿਸ਼ ਕੀਤਾ ਹੋਇਆ ਹੈ ਅਤੇ ਇਸ ਦੀ ਬਾਹਰ ਵਾਲੀ ਸਤ੍ਹਾ ਜਿਹੜਾ ਆਊਟਰ ਸਰਫੇਸ ਹੈ ਉਹ ਕਰਵ ਸਰਫੇਸ ਹੈ, ਬਾਹਰ ਵਾਲੀ ਸਤ੍ਹਾ ਜਿਹੜੀ ਹੈ ਉਹ ਵਕਰ ਹੋਵੇ। ਅਜਿਹੇ ਮਿਰਰ ਨੂੰ ਤੁਸੀਂ ਕੀ ਕਹਿ ਦਿੰਦੇ ਹੋ? ਕਨਵੈਕਸ ਮਿਰਰ, ਉੱਤਲ ਦਰਪਣ। ਨੈਕਸਟ,
The center of the reflecting surface of a spherical mirror is called dash. ਗੋਲਾਕਾਰ ਦਰਪਣ ਦੀ ਪਰਾਵਰਤਕ ਸਤ੍ਹਾ ਦੇ ਕੇਂਦਰ ਨੂੰ ਕਹਿੰਦੇ ਹਨ ਡੈਸ਼। ਬੇਟਾ ਮੰਨ ਲਓ ਇਹ ਅਸੀਂ ਗੋਲਾਕਾਰ ਦਰਪਣ ਲੈ ਲਿਆ, ਮੈਂ ਇੱਥੇ ਅਵਤਲ ਦਰਪਣ ਦੀ ਉਦਾਹਰਨ ਲੈ ਲਈ। ਅਤੇ ਬੇਟਾ ਇਹ ਜਿਹੜਾ ਰਿਫਲੈਕਟਿੰਗ ਸਰਫੇਸ ਹੈ ਸਾਡਾ ਸਫੈਰੀਕਲ ਮਿਰਰ ਦਾ, ਚਾਹੇ ਉਹ ਅਵਤਲ ਦਰਪਣ ਦਾ ਹੋਵੇ ਚਾਹੇ ਉੱਤਲ ਦਰਪਣ ਦਾ ਹੋਵੇ, ਤੁਸੀਂ ਉੱਤਲ ਵੀ ਲੈ ਕੇ ਦੇਖ ਸਕਦੇ ਹੋ। ਬੇਟੇ ਇਹ ਜਿਹੜਾ ਰਿਫਲੈਕਟਿੰਗ ਸਰਫੇਸ ਹੈ ਇਸ ਦਾ ਜਿਹੜਾ ਸੈਂਟਰ ਹੁੰਦਾ ਹੈ, ਰਿਫਲੈਕਟਿੰਗ ਸਰਫੇਸ ਦਾ ਜਿਹੜਾ ਸੈਂਟਰ ਹੈ ਅਸੀਂ ਉਸਨੂੰ ਕਹਿੰਦੇ ਹਾਂ ਪੋਲ। ਠੀਕ ਹੈ, ਇਹ ਇੱਥੇ ਰਿਫਲੈਕਟਿੰਗ ਸਰਫੇਸ ਚਾਹੇ ਅਵਤਲ ਦਰਪਣ ਲੈ ਲਓ ਚਾਹੇ ਉੱਤਲ ਦਰਪਣ ਲੈ ਲਓ, ਇਹ ਜਿਹੜਾ ਰਿਫਲੈਕਟਿੰਗ ਸਰਫੇਸ ਹੈ ਇਸ ਦੇ ਸੈਂਟਰ ਨੂੰ ਪੋਲ ਕਿਹਾ ਜਾਂਦਾ ਹੈ। ਸੋ ਰਾਈਟ ਆਪਸ਼ਨ ਇਜ਼ ਏ ਆਪਸ਼ਨ, ਦਰਪਣ ਦਾ ਧਰੁਵ ਜਾਂ ਫਿਰ ਇਸਨੂੰ ਅਸੀਂ ਪੋਲ ਕਹਿ ਸਕਦੇ ਹਾਂ। ਨੈਕਸਟ, ਸਫੈਰੀਕਲ ਮਿਰਰ ਇਜ਼ ਪਾਰਟ ਆਫ ਅ ਸਫੇਅਰ, ਸੈਂਟਰ ਆਫ ਦਿਸ ਸਫੇਅਰ ਇਜ਼ ਕਾਲਡ। ਗੋਲਾਕਾਰ ਦਰਪਣ ਦੀ ਪ੍ਰਵਰਤਕ ਸਤ੍ਹਾ ਇੱਕ ਗੋਲੇ ਦਾ ਭਾਗ ਹੈ ਤਾਂ ਇਸ ਦੇ ਕੇਂਦਰ ਨੂੰ ਆਖਦੇ ਹਨ। ਬੇਟਾ ਇਹ ਅਸੀਂ ਇੱਕ ਗੋਲਾ ਲਿਆ ਅਤੇ ਇਹ ਗੋਲੇ ਦਾ ਇੱਕ ਭਾਗ ਸਾਡਾ ਮੰਨ ਲਓ ਕੋਈ ਦਰਪਣ ਹੈ, ਮੰਨ ਲਓ ਮੈਂ ਇੱਥੇ ਅਵਤਲ ਦਰਪਣ ਲੈ ਲਿਆ। ਇਹ ਅਵਤਲ ਦਰਪਣ ਇਸ ਗੋਲੇ ਤੋਂ ਕੱਟ ਕੇ ਬਣਾਇਆ ਗਿਆ, ਗੋਲੇ ਦੇ ਕੁਝ ਹਿੱਸੇ ਤੋਂ ਬਣਿਆ ਹੈ। ਤਾਂ ਇਸ ਗੋਲੇ ਦਾ ਜਿਹੜਾ ਸੈਂਟਰ ਹੋਏਗਾ, ਕੇਂਦਰ ਹੋਏਗਾ, ਅਸੀਂ ਉਸਨੂੰ ਕੀ ਕਵਾਂਗੇ? ਬੇਟੇ ਇਸ ਗੋਲੇ ਦੇ ਸੈਂਟਰ ਨੂੰ ਅਸੀਂ ਸੈਂਟਰ ਆਫ ਕਰਵੇਚਰ, ਦਰਪਣ ਦਾ ਵਕਰਤਾ ਕੇਂਦਰ ਕਹਿੰਦੇ ਹਾਂ। ਇਹ ਉਸ ਗੋਲੇ ਦਾ ਕੇਂਦਰ ਹੈ ਜਿਸ ਦਾ ਸਾਡਾ ਜਿਹੜਾ ਸਫੈਰੀਕਲ ਮਿਰਰ ਹੈ, ਗੋਲਾਕਾਰ ਦਰਪਣ ਹੈ, ਇੱਕ ਹਿੱਸਾ ਹੁੰਦਾ ਹੈ। ਸੋ ਨੈਕਸਟ ਕੁਐਸਚਨ ਇਜ਼ the point at which light rays meet after reflection is called dash। ਕਿਸੇ ਦਰਪਣ ਨਾਲ ਟਕਰਾਉਣ ਤੋਂ ਬਾਅਦ ਜਿਸ ਜਗ੍ਹਾ ਤੇ ਪ੍ਰਕਾਸ਼ ਕਿਰਨਾਂ ਇਕੱਠੀਆਂ ਹੁੰਦੀਆਂ ਹਨ ਉਸ ਨੂੰ ਕੀ ਆਖਦੇ ਹਨ? ਆਪਸ਼ਨਸ ਆਰ ਪ੍ਰਿੰਸੀਪਲ ਫੋਕਸ, ਮੁੱਖ ਫੋਕਸ, ਸੈਂਟਰ ਆਫ ਕਰਵੇਚਰ, ਵਕਰਤਾ ਕੇਂਦਰ, ਪ੍ਰਿੰਸੀਪਲ ਐਕਸਿਸ, ਮੁੱਖ ਧੁਰਾ, ਰੇਡੀਅਸ, ਅਰਧ ਵਿਆਸ। ਬੇਟੇ the point at which light rays meet after reflection is called principal focus। ਮਤਲਬ ਅਜਿਹਾ ਪੁਆਇੰਟ ਜਿੱਥੇ ਰਿਫਲੈਕਟ ਹੋਣ ਤੋਂ ਬਾਅਦ, ਪਰਾਵਰਤਿਤ ਹੋਣ ਤੋਂ ਬਾਅਦ ਕਿਰਨਾਂ ਆਪਸ ਵਿੱਚ ਮਿਲਦੀਆਂ ਹਨ ਉਸ ਨੂੰ ਅਸੀਂ ਮੁੱਖ ਫੋਕਸ, ਪ੍ਰਿੰਸੀਪਲ ਫੋਕਸ ਕਹਿੰਦੇ ਹਾਂ। ਤੁਸੀਂ ਉਦਾਹਰਨ ਦੇਖ ਸਕਦੇ ਹੋ, ਇੱਥੇ ਮੈਂ ਅਵਤਲ ਦਰਪਣ ਦੀ ਇੱਕ ਐਗਜ਼ਾਮਪਲ ਲੈ ਲਈ ਅਤੇ ਮੰਨ ਲਓ ਇੱਥੇ ਸਾਡੀ ਪ੍ਰਿੰਸੀਪਲ ਐਕਸਿਸ ਹੈ ਅਤੇ ਬੇਟਾ ਕੁਝ ਅਸੀਂ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀ ਕਿ ਪ੍ਰਿੰਸੀਪਲ ਐਕਸਿਸ ਦੇ ਸਮਾਨਾਂਤਰ ਅਵਤਲ ਦਰਪਣ ਨਾਲ ਟਕਰਾ ਰਹੀਆਂ ਹਨ। ਹੁਣ ਪਰਾਵਰਤਕ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਮੰਨ ਲਓ ਇਹ ਕਿਰਨਾਂ ਇੱਥੋਂ ਦੀ ਗੁਜ਼ਰ ਰਹੀਆਂ ਹਨ ਅਤੇ ਬੇਟੇ ਜਿਸ ਪੁਆਇੰਟ ਤੋਂ ਇਹ ਕਿਰਨਾਂ ਗੁਜ਼ਰਦੀਆਂ ਹਨ ਉਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਫੋਕਸ, ਪ੍ਰਿੰਸੀਪਲ ਫੋਕਸ, ਮੁੱਖ ਫੋਕਸ ਕਹਿ ਦਿੰਦੇ ਹਾਂ। ਇੱਥੇ ਪਰਾਵਰਤਿਤ ਕਿਰਨਾਂ ਜਿਹੜੀਆਂ ਹਨ ਉਹ ਐਫ ਤੋਂ ਗੁਜ਼ਰ ਰਹੀਆਂ ਹਨ ਅਤੇ ਇਸ ਕਰਕੇ ਐਫ ਸਾਡਾ ਪ੍ਰਿੰਸੀਪਲ ਫੋਕਸ ਹੈ। ਬੇਟਾ ਨੈਕਸਟ ਕੁਐਸਚਨ ਇਜ਼ ਐਨ ਆਬਜੈਕਟ ਇਜ਼ ਪਲੇਸਡ ਐਟ ਇਨਫਾਈਨਾਈਟ ਡਿਸਟੈਂਸ ਫਰੋਮ ਅ ਕਨਕੇਵ ਮਿਰਰ, ਦ ਪੋਜੀਸ਼ਨ ਆਫ ਇਮੇਜ ਫਾਰਮਡ ਇਜ਼ ਡੈਸ਼। ਕਿਸੇ ਅਵਤਲ ਦਰਪਣ ਦੁਆਰਾ ਅਨੰਤ 'ਤੇ ਪਈ ਵਸਤੂ 'ਤੇ ਆ ਰਹੇ ਪ੍ਰਕਾਸ਼ ਤੋਂ ਪ੍ਰਤੀਬਿੰਬ ਬਣਦਾ ਹੈ, ਉਸ ਦੀ ਸਥਿਤੀ ਕਿੱਥੇ ਹੁੰਦੀ ਹੈ? ਬੇਟਾ ਸਭ ਤੋਂ ਪਹਿਲਾਂ ਇੱਕ ਤੁਸੀਂ ਅਵਤਲ ਦਰਪਣ ਬਣਾਓ। ਹੁਣ ਅਵਤਲ ਦਰਪਣ ਵਿੱਚੋਂ ਮੰਨ ਲਓ ਇਹ ਸਾਡੀ ਪ੍ਰਿੰਸੀਪਲ ਐਕਸਿਸ ਨਿਕਲ ਰਹੀ ਹੈ। ਹੁਣ ਉਹਨਾਂ ਨੇ ਬੋਲਿਆ ਕਿ ਜਿਹੜੀ ਵਸਤੂ ਹੈ ਉਹ ਅਨੰਤ 'ਤੇ ਪਈ ਹੈ। ਜਦੋਂ ਕੋਈ ਵਸਤੂ ਅਨੰਤ 'ਤੇ ਪਈ ਹੁੰਦੀ ਹੈ ਤਾਂ ਉਸ ਵੱਲੋਂ ਜਿਹੜੀ ਪ੍ਰਕਾਸ਼ ਕਿਰਨਾਂ ਆਉਂਦੀਆਂ ਹਨ ਉਹ ਪ੍ਰਿੰਸੀਪਲ ਐਕਸਿਸ ਦੇ ਸਮਾਨਾਂਤਰ ਆਉਂਦੀਆਂ ਹਨ। ਸਾਡੀ ਇੰਸੀਡੈਂਟ ਰੇਜ਼ ਜਿਹੜੀ ਹੈ ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹਨ। ਬੇਟਾ ਜਦੋਂ ਵੀ ਕੋਈ ਕਿਰਨ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੈ ਅਤੇ ਪਰਾਵਰਤਿਤ ਹੋਣ ਤੋਂ ਬਾਅਦ ਫਿਰ ਉਹ ਫੋਕਸ ਵਿੱਚੋਂ ਨਿਕਲੇਗੀ, ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ ਕੋਈ ਵੀ ਜਿਹੜੀ ਕਿਰਨ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀ ਹੈ ਅਤੇ ਦਰਪਣ ਦੇ ਨਾਲ ਟਕਰਾ ਕੇ ਪਰਾਵਰਤਿਤ ਹੁੰਦੀ ਹੈ ਤਾਂ ਉਹ ਹਮੇਸ਼ਾ ਪ੍ਰਿੰਸੀਪਲ ਫੋਕਸ ਵਿੱਚੋਂ ਹੀ ਗੁਜ਼ਰਦੀ ਹੈ ਪਰਾਵਰਤਨ ਤੋਂ ਬਾਅਦ। ਹੁਣ ਬੇਟੇ ਜਦੋਂ ਦੋ ਰਿਫਲੈਕਟਿੰਗ ਰੇਜ਼ ਆਪਸ ਵਿੱਚ ਮਿਲਦੀਆਂ ਹਨ ਤਾਂ ਪ੍ਰਤੀਬਿੰਬ ਬਣਦਾ ਹੈ। ਬੇਟੇ ਇਹ ਆਪਸ ਵਿੱਚ ਇੱਕ ਦੂਜੇ ਨੂੰ ਮੁੱਖ ਫੋਕਸ 'ਤੇ ਕੱਟ ਰਹੀਆਂ ਹਨ ਅਤੇ ਪ੍ਰਤੀਬਿੰਬ ਕਿੱਥੇ ਬਣੇਗਾ? ਮੁੱਖ ਫੋਕਸ 'ਤੇ। ਸੋ ਇਸ ਕੁਐਸਚਨ ਦਾ ਆਨਸਰ ਹੋਏਗਾ ਐਟ ਐਫ, ਫੋਕਸ 'ਤੇ। ਨੈਕਸਟ ਕੁਐਸਚਨ, ਕਿਸੇ ਅਵਤਲ ਦਰਪਣ ਦੁਆਰਾ ਅਨੰਤ ਉੱਤੇ ਪਈ ਵਸਤੂ ਤੋਂ ਆ ਰਹੇ ਪ੍ਰਕਾਸ਼ ਦਾ ਜੋ ਪ੍ਰਤੀਬਿੰਬ ਬਣਦਾ ਹੈ ਉਸ ਦਾ ਆਕਾਰ ਕਿਹੋ ਜਿਹਾ ਹੋਵੇਗਾ? An object is placed at infinite distance from a concave mirror. The size of image formed is। ਬੇਟੇ
ਇਹੀ ਵਾਲਾ ਡਾਇਗਰਾਮ ਇਹਦੇ ਵਿੱਚ ਵੀ ਚੱਲ ਜਾਏਗਾ। ਹੁਣ ਤੁਸੀਂ ਦੇਖੋ ਜਿਹੜੀ ਇਮੇਜ ਬਣ ਰਹੀ ਹੈ, ਜਿਹੜਾ ਪ੍ਰਤੀਬਿੰਬ ਬਣ ਰਿਹਾ ਹੈ, ਉਹ ਬਿਲਕੁਲ ਬਿੰਦੂ ਵਰਗਾ ਹੈ, ਬਿਲਕੁਲ ਛੋਟਾ ਜਿਹਾ ਬਣ ਰਿਹਾ ਹੈ। ਸੋ ਰਾਈਟ ਆਨਸਰ ਇਜ਼ ਬਹੁਤ ਛੋਟਾ, ਵੈਰੀ ਸਮਾਲ। ਬੇਟਾ ਉਮੀਦ ਕਰਦੀ ਹਾਂ ਅੱਜ ਦੇ ਸਾਰੇ ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਤੁਸੀਂ ਇਹਨਾਂ ਕੁਐਸਚਨਸ ਦੀ ਪ੍ਰੈਕਟਿਸ ਕਰ ਲੈਣੀ ਹੈ ਅਤੇ ਇਹਨਾਂ ਨੂੰ ਭੁੱਲਣਾ ਨਹੀਂ। ਹੋਰ ਤੁਹਾਨੂੰ ਜਿਹੜਾ PAS ਦੀ ਪ੍ਰੈਪਰੇਸ਼ਨ ਲਈ ਸਟੱਡੀ ਮਟੀਰੀਅਲ ਚਾਹੀਦਾ ਹੈ, ਉਹ ਪੰਜਾਬ ਐਜੂਕੇਅਰ ਐਪ ਉੱਤੇ ਅਵੇਲੇਬਲ ਹੈ। ਤੁਸੀਂ ਇਸ ਐਪ ਦੀ ਵਰਤੋਂ ਕਰਕੇ ਆਪਣੀ PAS ਦੀ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਅਤੇ ਅੱਜ ਹੀ ਇਸ ਐਪ ਨੂੰ ਡਾਊਨਲੋਡ ਕਰੋ ਜੇ ਤੁਸੀਂ ਨਹੀਂ ਕੀਤਾ ਡਾਊਨਲੋਡ ਹਜੇ ਤੱਕ ਤਾਂ। ਅਤੇ ਬੇਟੇ ਆਲ ਦਾ ਬੈਸਟ ਫॉर योर फ्यूचर। थैंक यू वेरी मच।